ਬਿਲਗਾ ਨਿਊਜ਼ ਆਨਲਾਈਨ ਦੀ ਟੀਮ ਅੱਜ ਨੂਰ ਮਹਿਲ ਵਿੱਚ ਪਹੁੰਚੀ ਆ। ਅੱਜ ਅਸੀਂ ਗੱਲ ਕਰਾਂਗੇ ਅਸ਼ੋਕ ਕੁਮਾਰ ਸੰਧੂ ਜੀ ਨਾਲ, ਜਿਨ੍ਹਾਂ ਵੱਲੋਂ ਨੂਰ ਮਹਿਲ ਦੀ ਨਗਰ ਕੌਂਸਲ ਦੀ ਚੋਣ ਜੋ 14 ਫਰਵਰੀ ਨੂੰ ਹੋਣ ਜਾ ਰਹੀ ਆ, 3 ਨੰਬਰ ਵਾਰਡ ਤੋਂ ਅਤੇ 12 ਨੰਬਰ ਵਾਰਡ ਤੋਂ ਇਹ ਜਿਹੜੀ ਇਲੈਕਸ਼ਨ ਆ ਲੜੀ ਜਾ ਰਹੀ ਆ। 3 ਨੰਬਰ ਵਾਰਡ ਤੋਂ ਜੋ BC ਵਾਰਡ ਆ ਉੱਥੋਂ ਗੁਰਵਿੰਦਰ ਸੋਖਲ ਜੀ ਆ, ਜਦੋਂ ਕਿ 12 ਨੰਬਰ ਵਾਰਡ ਤੋਂ ਅਸ਼ੋਕ ਕੁਮਾਰ ਸੰਧੂ ਜੀ ਦੇ ਧਰਮ ਪਤਨੀ ਬਬੀਤਾ ਸੰਧੂ ਜੀ BC ਵਾਰਡ ਤੋਂ ਚੋਣ ਲੜ ਰਹੇ ਆ। ਇਸ ਸੰਬੰਧ ਵਿੱਚ ਅਸੀਂ ਇਹਨਾਂ ਨੂੰ ਕੁਝ ਸਵਾਲ ਜਿਹੜੇ ਕਰਨ ਜਾ ਰਹੇ ਹਾਂ। ਸੰਧੂ ਜੀ, ਤੁਹਾਡਾ ਬਿਲਗਾ ਨਿਊਜ਼ ਆਨਲਾਈਨ 'ਤੇ ਸਵਾਗਤ ਹੈ। ਬਹੁਤ ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਤੁਹਾਡੇ ਤੋਂ ਪਹਿਲਾਂ ਹੀ ਬਹੁਤ ਪਿਆਰ ਸਤਿਕਾਰ ਮਿਲਦਾ ਰਹਿੰਦਾ ਜੀ, ਅਤੇ ਤੁਹਾਡਾ ਸਾਡੇ ਕੋਲੋਂ ਚੱਲ ਕੇ ਜਿਹੜਾ ਤੁਸੀਂ ਚੱਲ ਕੇ ਆਏ ਆ ਉਹਦੇ ਬਾਰੇ ਤੁਹਾਡਾ ਅਸੀਂ ਜੀ ਆਖਦੇ ਹਾਂ ਜੀ। ਔਰ ਜਿਹੜੇ ਤੁਹਾਡੇ ਸਵਾਲ ਹੈਗੇ ਆ ਜੀ, ਕੋਸ਼ਿਸ਼ ਕਰਾਂਗੇ ਇਮਾਨਦਾਰੀ ਦੇ ਨਾਲ ਉਹਨਾਂ ਦਾ ਨਿਪਟਾਰਾ ਕਰੀਏ ਜੀ। ਅੱਜ ਜਿਸ ਤਰ੍ਹਾਂ ਤੁਸੀਂ ਨੂਰ ਮਹਿਲ ਦੇ ਵਿੱਚੋਂ ਪਹਿਲੇ ਇਹ ਉਮੀਦਵਾਰ ਆ ਜਿਹਨੇ ਆਪਣੇ ਜਿਹੜੇ ਨਾਮਜ਼ਦਗੀਆਂ ਕੀਤੀਆਂ ਆ ਜੀ, ਸਾਨੂੰ ਦੱਸੋਗੇ ਵੀ ਕਿਹੜੀ ਪਾਰਟੀ ਵੱਲੋਂ ਤੁਸੀਂ ਇਹ ਇਲੈਕਸ਼ਨ ਲੜ ਰਹੇ ਹੋ? ਸਰ, ਤੁਹਾਡਾ ਪਹਿਲਾ ਸਵਾਲ ਬੜਾ ਠਿੱਡਾ ਜਿਹਾ ਹੈਗਾ ਜੀ। ਸਰ, ਬੇਸਿਕਲੀ ਤਾਂ ਜੇ ਸਾਡੇ ਪਰਿਵਾਰਕ ਹਿਸਟਰੀ ਦੀ ਗੱਲ ਕਰੀਏ, ਮੇਰੇ ਬਾਬਾ ਜੀ ਨੰਬਰਦਾਰ ਅਮਰਨਾਥ ਸੰਧੂ ਜੀ ਉਹ ਵੀ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਸੀ ਜੀ, ਔਰ ਮੇਰੇ ਪਿਤਾ ਜੀ ਉਹ ਵੀ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਸੀ। ਭਾਵ ਕਹਿੰਦਾ ਜਿਹੜਾ ਸਾਡਾ ਪੂਰਾ ਪਰਿਵਾਰ ਆ ਉਹ ਕਾਂਗਰਸ ਪਾਰਟੀ ਨੂੰ ਹੀ ਬਿਲੋਂਗ ਕਰਦਾ ਜੀ। ਪਰ ਮਤਲਬ ਜਿਉਂ ਸਮੇਂ ਦੇ ਮੁਤਾਬਕ ਸਾਡਾ ਮਨ ਤਾਂ ਜਿੱਥੇ ਮਰਜ਼ੀ ਹੋਵੇ, ਪਰ ਕਈ ਵਾਰੀ ਨਾ ਕੀ ਇਹੋ ਜਿਹੀਆਂ ਮਜਬੂਰੀਆਂ ਬਣ ਜਾਂਦੀਆਂ ਵੀ ਅਸੀਂ ਬਾਬਰ ਕੇ ਮੋਹਰੇ ਨਹੀਂ ਆ ਪਾਉਂਦੇ ਹੈਗੇ। ਮੇਰੀ ਪਾਰਟੀ ਜਿਹੜੀ ਹੈ ਨਾ ਜੀ, ਉਹ ਨੂਰ ਮਹਿਲ ਆ। ਨੂਰ ਮਹਿਲ ਪਾਰਟੀ ਆ ਮੇਰੀ। ਅੱਛਾ ਜੀ। ਨੂਰ ਨੂਰ ਮਹਿਲ ਦੇ ਨਾਗਰਿਕ ਹੈਗੇ ਆ, ਇਹ ਸਾਰੇ ਮੇਰੇ ਪਾਰਟੀ ਦੇ ਮੈਂਬਰ ਆ। ਨੂਰ ਮਹਿਲ ਦਾ ਵਿਕਾਸ ਕਰਨਾ ਇਹ ਮੇਰਾ ਪਾਰਟੀ ਦਾ ਇੱਕ ਚਿੰਨ੍ਹ ਆ ਜੀ। ਜੇ ਮੈਂ ਕਹਿੰਦਾ ਮੈਂ ਅਕਾਲੀ ਵੀ ਹਾਂ, ਮੈਂ ਕਾਂਗਰਸੀ ਵੀ ਹਾਂ, ਮੈਂ BJP ਵਾਲਾ ਵੀ ਹੈਗਾ ਜੀ, ਪਰ ਜੇ ਮੈਂ ਵਿਕਾਸ ਹੀ ਨਹੀਂ ਕਰਦਾ ਜੀ ਤਾਂ ਮੈਂ ਤਾਂ ਇੱਕ ਨੂਰ ਮਹਿਲ ਦਾ ਨਾਗਰਿਕ ਵੀ ਹੈ ਨਹੀਂ ਜੀ। ਅਤੇ ਇਸ ਕਰਕੇ ਮੇਰੀ ਪਾਰਟੀ, ਜਿਹੜਾ ਬੰਦਾ ਮੈਨੂੰ ਜਿਸ ਨਜ਼ਰੀਏ ਨਾਲ ਦਿਖਦਾ ਮੈਂ ਉਹਦਾ ਹੀ ਹਾਂ। ਮੇਰਾ ਇੰਨਾ ਕੁ ਪਾਰਟੀ ਨਾਲ ਲਿੰਕ ਹੈ ਜੀ। ਤੁਹਾਡੇ ਜਿਹੜੇ ਚੋਣ ਮੁੱਦੇ ਕੀ ਹੋਣਗੇ ਇਹਦੇ ਬਾਰੇ ਵੀ ਸਾਡੇ ਸਰੋਤਿਆਂ ਨੂੰ ਦੱਸਿਓ। ਸਰ, ਜਿਹੜੇ ਮੇਰੇ ਚੋਣ ਮੁੱਦੇ ਜੀ ਪਹਿਲਾਂ ਹੀ ਭਖਦੇ ਆ ਜੀ। ਜਿੱਥੇ ਕੋਈ ਸਮੱਸਿਆ ਹੁੰਦੀ ਆ ਤਾਂ ਉਹ ਸਾਡੇ ਕੋਲ ਬਰਦਾਸ਼ਤ ਨਹੀਂ ਹੁੰਦੀ ਜੀ। ਇਹ ਹੁਣ ਪਤਾ ਨਹੀਂ ਲੱਗਿਆ ਸਾਡੇ ਬਾਬਾ ਜੀ ਜਿਹੜੇ ਅਮਰਨਾਥ ਨੰਬਰਦਾਰ ਸੀਗੇ ਉਹ ਸਾਡੇ ਅੰਦਰ ਕੀ ਗੁੜਤੀ ਪਾ ਗਏ ਆ। ਜਿੱਥੇ ਵੀ ਕਿਤੇ ਬੇਇਨਸਾਫੀ ਹੁੰਦੀ ਆ ਜੀ ਅਤੇ ਸਾਡੇ ਜਿਹੜੇ ਪੈਰ ਮੱਲੋ ਮੱਲੀ ਖੜ੍ਹ ਜਾਂਦੇ ਆ। ਔਰ ਈਸ਼ਵਰ ਦੀ ਕਿਰਪਾ ਬਣੀ ਰਹਿੰਦੀ ਆ। ਉਹਨੂੰ ਪੈਰਾਂ ਨੂੰ ਉਠਾਉਣ ਮਤਲਬ ਹਿਲਾਉਣ ਵਾਲਾ ਅਜੇ ਤੱਕ ਕੋਈ ਇਸ ਧਰਤੀ 'ਤੇ ਪੈਦਾ ਨਹੀਂ ਹੋਇਆ ਜੀ। ਕਿਉਂਕਿ ਸਾਡੇ ਜਿਹੜੇ ਕੰਮ ਹੈਗੇ ਆ ਉਹ ਵਿਕਾਸ ਵੱਲ ਨੂੰ ਲੈ ਜਾਂਦੇ ਆ ਜੀ। ਅਸੀਂ ਉਹਨਾਂ 'ਚ ਸਾਡਾ ਕੋਈ ਮਤਲਬ ਨਹੀਂ ਹੁੰਦਾ। ਇਲੈਕਸ਼ਨ ਜਿਹੜਾ ਹੁਣ ਅਸੀਂ ਲੜਨ ਜਾ ਰਹੇ ਹਾਂ, ਇਹ ਇੱਕ ਸਾਡੀ ਜਿਹੜੀ ਤਕਦੀਰ ਹੈ ਨਾ ਜੀ, ਉਹ ਇਧਰ ਪਾਸੇ ਲੈ ਕੇ ਜਾ ਰਹੀ ਆ। ਅਦਰਵਾਈਜ਼ ਸਾਡਾ ਕੋਈ ਇਸੇ ਤਰ੍ਹਾਂ ਮਨ ਨਹੀਂ ਸੀ, ਪਰ ਜਦੋਂ ਚਲੋ ਜੇ ਹੁਣ ਤਕਦੀਰ ਸਾਨੂੰ ਲੈ ਗਈ ਹੈਗੀ ਆ ਤਾਂ ਅਸੀਂ ਪਰਮਾਤਮਾ ਕੋਲ ਇਹੀ ਦੁਆ ਕਰਦੇ ਹਾਂ ਵੀ ਇਲੈਕਸ਼ਨ ਦੇ ਵਿੱਚ ਅਸੀਂ ਜਿਹੜੇ ਸਾਡੇ ਵੋਟਰ ਹੈਗੇ ਆ ਉਹਨਾਂ ਦੇ ਮੁਤਾਬਕ ਅਸੀਂ ਮਤਲਬ ਉਹਨਾਂ ਦੀਆਂ ਵੋਟਾਂ ਪ੍ਰਾਪਤ ਕਰ ਸਕੀਏ। ਔਰ ਜਿਹੜੇ ਮਤਲਬ ਇਲੈਕਸ਼ਨ ਜਿੱਤੋਂ ਤੋਂ ਬਾਅਦ ਅਸੀਂ ਨਗਰ ਕੌਂਸਲ 'ਚ ਜਾਈਏ। ਨਗਰ ਕੌਂਸਲ ਦੇ ਵਿੱਚ ਅਸੀਂ ਇੱਕ ਆਪਣੇ ਨਗਰ ਪਾਲਕ, ਠੀਕ ਹੈ ਜੀ, ਮੈਂ ਇੱਕ ਸ਼ਬਦ ਬੜੇ ਮਾਣ ਨਾਲ ਕਹਿਣਾ ਚਾਹ ਰਿਹਾ, ਅਸੀਂ ਇੱਕ ਨਗਰ ਪਾਲਕ ਬਣ ਕੇ ਉੱਥੇ ਬੈਠਾਂਗੇ। ਪਾਲਕ ਜਿਹੜਾ ਬੰਦਾ ਹੈਗਾ, ਜਿਵੇਂ ਕੋਈ ਮਾਂ ਬਾਪ ਆ ਉਹ ਆਪਣੇ ਰਿਸ਼ਤਿਆਂ ਦਾ ਮਤਲਬ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦਾ ਆ, ਕੋਈ ਭੈਣ ਭਰਾ ਆਪਣੇ ਉਹਨਾਂ ਰਿਸ਼ਤਿਆਂ ਦਾ ਪਾਲਣ ਪੋਸ਼ਣ ਕਰਦੇ ਆ। ਜਦੋਂ ਅਸੀਂ ਨਗਰ ਕੌਂਸਲ 'ਚ ਜਾਵਾਂਗੇ ਅਸੀਂ ਵਿਕਾਸ ਦੇ ਮੁੱਦਿਆਂ ਦਾ ਪਾਲਣ ਪੋਸ਼ਣ ਕਰਾਂਗੇ। ਜਿਹੜੀਆਂ ਮੇਰੀਆਂ ਐਗਜ਼ਾਮਪਲਸ ਹੈਗੀਆਂ ਹੁਣ ਮੈਂ ਬਾਰ-ਬਾਰ ਆਪਣੇ ਮੂੰਹੋਂ ਕਹਾਂ ਉਹ ਸ਼ੋਭਦੀਆਂ ਨਹੀਂ ਹੈ। ਇਹ ਜਿੱਤ ਕੇ ਤੁਸੀਂ ਪਛਾਣ ਲੱਗੂ ਤੇ ਨਾ ਬਣੋਗੇ? ਨਹੀਂ ਜੀ, ਨਹੀਂ ਸਰ। ਮੈਂ ਤਾਂ ਜਦੋਂ ਵੀ ਸਵੇਰੇ ਉੱਠਦੇ ਹਾਂ ਮੇਰੇ ਅੰਦਰ ਦੀ ਗੱਲ ਆ, ਮੇਰੇ ਈਸ਼ਵਰ ਜਾਂਦੇ ਆ ਜਾਂ ਮੈਂ ਜਾਂਦਾ, ਅਸੀਂ ਤਾਂ ਕਹਿੰਦੇ ਵੀ ਜਿੰਨੇ ਵੀ ਸਾਨੂੰ ਸਾਹ ਮਿਲੇ ਹੈਗੇ ਆ, ਜੇ ਅਸੀਂ ਉਹਨਾਂ 'ਚੋਂ ਇੱਕ ਦਿਨ ਵੀ ਬੇਕਾਰ ਨਗਾਤਾ, ਲੋਕਾਂ ਦੀ ਸੇਵਾ ਨਹੀਂ ਕੀਤੀ, ਚਾਹੇ ਇੱਕ ਛੋਟਾ ਜਿਹਾ ਪੌਦਾ ਵੀ ਕਿਉਂ ਨਾ ਲਾ ਲਈਏ, ਚਾਹੇ ਤੁਰੇ ਜਾਂਦੇ ਇਨਸਾਨ ਨੂੰ ਅਸੀਂ ਪਾਰ ਹੀ ਕਿਉਂ ਨਾ ਲਾ ਦਈਏ, ਜੇ ਅਸੀਂ ਕੋਈ ਵੀ ਇੱਕ ਸੇਵਾ ਦਾ ਕਾਜ ਨਹੀਂ ਕਰਦੇ ਤਾਂ ਸਾਡਾ ਜੀਵਨ ਵਿਅਰਥ ਆ ਅਤੇ ਸਾਡੇ ਸਾਹਾਂ ਦਾ ਵੀ ਕੋਈ ਮੁੱਲ ਨਹੀਂ ਜੀ। ਪਿੱਛੇ ਹਟਣ ਦਾ ਸਵਾਲ ਹੀ ਕੋਈ ਨਹੀਂ ਪੈਦਾ ਹੁੰਦਾ। ਜਿੰਨੇ ਵੀ ਹੁਣ ਤੱਕ ਅਸੀਂ, ਚਾਹੇ ਉਹ ਹਸਪਤਾਲ ਦਾ ਮੁੱਦਾ ਆ, ਚਾਹੇ ਉਹ ਸੜਕਾਂ ਦਾ ਮੁੱਦਾ ਆ, ਚਾਹੇ ਕਿ ਟੋਏ ਦਾ ਮੁੱਦਾ ਹੈਗਾ, ਜਾਂ ਮਤਲਬ ਕੋਈ ਡਾਕਖਾਨੇ ਜਿਹੜਾ ਡਾਕ ਬਾਬੂ ਹੈਗਾ ਉਹਦੇ ਹੈ ਨਹੀਂ, ਉਹਦਾ ਮੁੱਦਾ ਹੈਗਾ। ਅਸੀਂ ਜਿੰਨੇ ਲੈ ਫਸ ਕੇ ਕਰਾਏ ਕੰਮ, ਪਿੱਛੇ ਨਹੀਂ ਹਟੇ। ਬਥੇਰੀਆਂ ਨਕੀਆਂ ਕਾਨੂੰਨੀ ਧਮਕੀਆਂ ਮਿਲੀਆਂ
ਰਾਜਨੀਤਿਕ ਲੋਕਾਂ ਨੇ ਸਾਨੂੰ ਪਿੱਛੇ ਧੱਕਣ ਦੀ ਕੋਸ਼ਿਸ਼ ਵੀ ਕੀਤੀ, ਪਰ ਸਾਡੀ ਸੋਚ ਹੀ ਜਿਹੜੀ ਹੈਗੀ ਉਹ ਵਿਕਾਸ ਦੇ ਪ੍ਰਤੀ ਜਾਂਦੀ ਆ। ਕੋਈ ਸਾਨੂੰ ਕੀ ਪਿੱਛੇ ਧੱਕ ਲਊਗਾ ਜੀ। ਸੰਧੂ ਜੀ, ਇਸ ਗੱਲ 'ਚ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਤੁਸੀਂ ਆਪਣੇ ਸ਼ਹਿਰ ਪ੍ਰਤੀ ਬੜੇ ਸੁਹਿਰਦ ਹੋ, ਕਿਉਂਕਿ ਤੁਸੀਂ ਬੜਾ ਐਜੀਟੇਸ਼ਨ, ਚਾਹੇ ਸੜਕਾਂ ਦੀ ਗੱਲ ਕੀਤੀ, ਚਾਹੇ ਹਸਪਤਾਲ ਦੀ ਗੱਲ ਕੀਤੀ ਆ। ਤੁਹਾਨੂੰ ਲੱਗਦਾ ਵੀ ਜਦੋਂ ਚੋਣ ਜਿਹੜੀ ਜਿੱਤ ਲਈ ਜਾਂਦੀ ਆ, ਉਸ ਵੇਲੇ ਕੀ ਹੁੰਦਾ ਆ, ਮੌਜੂਦਾ ਜਿਹੜੀਆਂ ਸਰਕਾਰਾਂ ਦੀ ਛਤਰ ਛਾਇਆ ਹੇਠ ਕਮੇਟੀਆਂ ਚੱਲਦੀਆਂ ਆ, ਕਈ ਮੈਂ ਤਾਂ ਗੱਲ ਕੀਤੀ ਸੀ ਵੀ ਉਦੋਂ ਕਹਿੰਦੇ ਜੀ ਵੀ ਸਾਡੀ ਤਾਂ ਸਰਕਾਰ ਨਹੀਂ ਹੈ, ਤਾਂ ਇਸ ਕਰਕੇ ਅਸੀਂ ਮੰਨ ਲਓ ਬਹੁਤੀ ਗੱਲ ਨਹੀਂ ਕਰਦੇ। ਤੁਸੀਂ ਉੱਥੇ ਵੀ ਇੱਦਾਂ ਹੀ ਟਣਕੋਗੇ ਅੰਦਰ? ਦੇਖੋ ਜੀ, ਮੈਨੂੰ ਤੁਹਾਡੇ ਸਵਾਲ ਜਿਹੜਾ ਬਹੁਤ ਵਧੀਆ ਹੈਗਾ। ਮੈਨੂੰ ਕੋਈ ਇੱਕ ਬੰਦਾ ਜਿਹੜਾ ਸਾਡੇ ਨਗਰ ਕੌਂਸਲਰ ਤੋਂ ਹੁਣ ਵੈਸੇ ਐਕਸ ਹੋ ਚੁੱਕੇ ਆ, ਉਹ ਮੈਨੂੰ ਤੁਸੀਂ ਉਹਨਾਂ ਲੋਕਾਂ ਇਹ ਸਵਾਲ ਪੁੱਛੋ ਵੀ ਚਾਹੇ ਪੰਜਾਬ ਸਰਕਾਰ ਆ ਜਾਂ ਕੋਈ ਹੋਰ ਸਰਕਾਰ ਆ, ਉਹਨਾਂ ਨੇ ਹੁਣ ਤੱਕ ਕਿੰਨੇ ਰੁਪਈਏ ਭੇਜੇ ਜੀ? ਲੱਖਾਂ ਦੇ ਰੁਪਈਏ ਭੇਜੇ, ਕਰੋੜਾਂ ਦੇ ਰੁਪਈਏ ਭੇਜੇ, ਅਤੇ ਜੇ ਭੇਜੇ ਤੁਸੀਂ ਲਾਏ ਕਿਉਂ ਨਹੀਂ? ਸਹੀ ਆ। ਹੁਣ ਸਿੱਖਿਆ ਦੇ ਖੇਤਰ ਦੀ ਗੱਲ ਕਰ ਲਓ, ਸਾਡਾ ਤੁਸੀਂ ਬਿਲਗੇ ਦੇ ਹੋ ਜੀ। ਮੈਂ ਤੁਹਾਡੇ ਨਾਲ ਇਸ ਕੋਲ ਮੇਰੇ ਅੰਦਰੋਂ ਤੋਂ ਬੜੀ ਰੰਜਿਸ਼ ਜੀ ਤੁਹਾਡੇ ਨਾਲ ਜੀ, ਵੀ ਤੁਸੀਂ ਆਪਣੇ ਪਿੰਡ ਨੂੰ ਗਾਹ ਵਧਾਈ ਜਾਂਦੇ ਆ, ਅਤੇ ਸਾਡੇ ਪਿੰਡ ਸਾਡੇ ਨੂਰਮਹਿਲ ਨੂੰ ਨਾ ਕਿ ਤੁਸੀਂ ਪਿੰਡ ਬਣਾਈ ਜਾਂਦੇ ਆ, ਆਪਣੇ ਪਿੰਡ ਨੂੰ ਤੁਸੀਂ ਸ਼ਹਿਰ ਬਣਾਈ ਜਾਂਦੇ ਆ। ਸਹੀ ਗੱਲ ਆ ਸਰ। ਜੇ ਈਸ਼ਵਰ ਨੇ ਕਿਰਪਾ ਕੀਤੀ, ਲੋਕਾਂ ਨੂੰ ਸਾਡੇ ਜਿਹੜੇ ਪਹਿਲੇ ਕਾਰਜ ਕੀਤੇ ਹੋਏ ਆ ਵਿਕਾਸ ਦੇ, ਜਾਂ ਆਉਣ ਵਾਲੇ ਸਮੇਂ ਵਿੱਚ ਜੇ ਉਹਨਾਂ ਸਾਨੂੰ ਪਸੰਦ ਕੀਤਾ, ਤਾਂ ਅਸੀਂ ਬਿਲਗੇ ਦਾ ਨੰਬਰ ਤੁਹਾਡੇ ਵੱਧ ਲਵਾਂਗੇ। ਇਹਦਾ ਜਵਾਬ ਮੈਂ ਸਹੀ ਗੱਲ ਆ। ਹਾਂਜੀ ਸਰ। ਕੀ ਨਾਂ ਆ ਤੁਹਾਡਾ ਜੀ? ਮੇਰਾ ਨਾਮ ਹੈਗਾ ਗੁਰਵਿੰਦਰ ਸੋਖਲ ਜੀ। ਐਕਚੁਅਲੀ ਜਿਹੜਾ ਸਾਡਾ ਇਲੈਕਸ਼ਨ ਲੜਨ ਦਾ ਕੋਈ ਵੀ ਆਪਣਾ ਇੱਦਾਂ ਨਹੀਂ ਸੀਗਾ ਸ਼ੌਂਕ ਆ, ਜਾਂ ਕੋਈ ਹੋੜ ਮਚੀ ਸੀਗੀ ਸਾਨੂੰ ਇਲੈਕਸ਼ਨ ਲੜਨ ਦੀ, ਜਾਂ ਕੋਈ ਜਲਦਬਾਜ਼ੀ ਸੀ। ਹਜੇ ਤੱਕ ਵੀ ਜਿਹੜਾ ਮੇਰਾ ਨਾਮ ਹੈ, ਸ਼ਾਇਦ ਤੁਹਾਡੇ ਚੈਨਲ ਰਾਹੀਂ ਮੇਰੇ ਦੋਸਤਾਂ ਨੂੰ, ਮਿੱਤਰਾਂ ਨੂੰ ਵੀ, ਸਾਰਿਆਂ ਨੂੰ ਸ਼ਹਿਰ 'ਚ ਪਤਾ ਲੱਗਣਾ ਹੈ ਜੀ। ਇਹ ਗੱਲ ਮੈਂ ਤਾਂ ਕਰਨੀ ਚਾਹੁੰਦਾ ਆ ਕਿ ਸਾਡੀ ਕੋਈ ਆਪਣੀ ਕੋਈ ਦਿਲਚਸਪੀ ਨਹੀਂ ਹੈਗੀ ਜੀ ਇਲੈਕਸ਼ਨ ਲੜਨ ਲਈ, ਪਰ ਜਦੋਂ ਅਸੀਂ ਸ਼ਹਿਰ ਦੇ ਵਿਕਾਸ ਵੱਲ ਦੇਖਦੇ ਹਾਂ, ਜਦੋਂ ਪਿੱਛੇ ਨਜ਼ਰ ਮਾਰਦੇ ਹਾਂ ਕਿ ਪਹਿਲੇ 5 ਸਾਲ ਕੀ ਹੋਇਆ, ਜਾਂ ਉਸ ਤੋਂ ਪਹਿਲਾਂ ਵੀ ਜਿੱਦਾਂ ਅਸੀਂ ਵੱਡੇ ਹੁੰਦੇ ਅਸੀਂ ਵੀ ਸੋਚਦੇ ਹਾਂ ਕਿ ਯਾਰ ਆਹ ਕੰਮ ਹੋਣਾ ਚਾਹੀਦਾ। ਕਿ ਯਾਰ ਅਸੀਂ ਬੱਚੇ ਹੁੰਦੇ ਹਾਂ, ਅਸੀਂ ਸੋਚਦੇ ਹਾਂ ਕਿ ਸਾਡੀ ਆਵਾਜ਼ ਉਸ ਤੱਕ ਨਹੀਂ ਪਹੁੰਚਣੀ, ਦੱਬੀ ਜਾਂਦੀ ਆ, ਜਾਂ ਅਸੀਂ ਆਪ ਸੋਚਣ ਲੱਗ ਪੈਂਦੇ ਅਸੀਂ ਤਾਂ ਯੰਗ ਆ, ਹਜੇ ਇਹ ਕੋਈ ਟਾਈਮ ਨਹੀਂ ਹੈਗਾ, ਕੋਈ ਨਹੀਂ, ਪਹਿਲਾਂ ਆਪਾਂ ਕੰਮ ਕਰ ਲਈਏ, ਜਾਂ ਹਜੇ ਵੱਡੇ ਬੈਠੇ ਆ। ਪਰ ਕਈ ਵਾਰੀ ਆਪਣੇ ਅੰਦਰ ਇੱਕ ਚੀਜ਼ ਹੁੰਦੀ ਰਹਿੰਦੀ ਹੈ ਕਿ ਯਾਰ ਜੇ ਮੈਂ ਹੋਵਾਂ ਸ਼ਾਇਦ ਕਰ ਸਕਦੇ ਹਾਂ, ਜਿਹੜਾ ਦੂਸਰਾ ਬੰਦਾ ਨਹੀਂ ਕਰ ਪਾ ਰਿਹਾ ਵੀ ਉਹਦੀਆਂ ਦਿੱਕਤਾਂ ਕੀ ਆ, ਜਾਂ ਸ਼ਾਇਦ ਅਸੀਂ ਉਹ ਸੀਟ 'ਤੇ ਨਹੀਂ ਬੈਠੇ ਤਾਂ ਨਹੀਂ ਸਾਨੂੰ ਪਤਾ ਲੱਗਦੀਆਂ, ਅਤੇ ਜਾਂ ਅਸੀਂ ਸੋਚਦੇ ਰਹਿੰਦੇ ਹਾਂ ਵੀ ਚਲੋ ਜੇ ਅਸੀਂ ਹੁੰਦੇ ਤਾਂ ਅਸੀਂ ਬਿਹਤਰ ਕਰ ਸਕਦੇ ਹਾਂ, ਜਾਂ ਇਹ ਕਿਉਂ ਨਹੀਂ ਹੋ ਰਿਹਾ ਹੈ ਨਾ। ਉਹਨਾਂ ਮੁੱਦਿਆਂ ਨੂੰ ਲੈ ਕੇ ਹੀ ਤੁਸੀਂ ਇੱਕ ਸਵਾਲ ਕੀਤਾ ਸੀਗਾ, ਜਿਹੜਾ ਕਿ ਤੁਸੀਂ ਕਿਹਾ ਕਿ ਪਾਪਾ ਨੂੰ ਕਿ ਤੁਸੀਂ ਕਿਤੇ ਭੱਜ ਤਾਂ ਨਹੀਂ ਜਾਓਗੇ, ਜਾਂ ਹੈ ਨਾ ਜਦੋਂ ਪਹਿਲਾਂ ਜਿਹੜੇ ਮੁੱਦੇ ਆ ਲੋਕਾਂ ਨੇ ਇੱਦਾਂ ਦਾ ਕੋਈ ਸਵਾਲ ਕੀਤਾ ਨਾ। ਮੈਂ ਇਹ ਕਹਿਣਾ ਚਾਹੁੰਦਾ ਕਿ ਪਾਰਟੀ ਦੇ ਰਿਲੇਟਡ ਸੀਗਾ ਵੀ ਪਾਰਟੀ ਪਿੱਛੋਂ ਸਪੋਰਟ ਨਹੀਂ ਕਰਦੀ, ਜਾਂ ਪਿੱਛੇ ਇਲੈਕਸ਼ਨ ਉੱਤੇ ਹੋਰ ਹੁੰਦੇ ਆ, ਥੱਲੇ ਬੰਦੇ ਆਪਾਂ ਮਿਊਨਿਸਪੈਲਿਟੀ ਹੋਰ ਹੁੰਦੀ ਹੈ। ਉਹਦਾ ਜਵਾਬ ਹੈ ਕਿ ਜਿੰਨੇ ਵੀ ਪਾਪਾ ਨੇ ਅੱਜ ਤੱਕ ਕੰਮ ਕੀਤੇ ਆ ਜੀ, ਉਹਦੇ ਤਾਂ ਕਿਸੇ ਵੀ ਪਾਰਟੀ ਦਾ ਹੱਥ ਹੈ ਹੀ ਨਹੀਂ ਸੀਗਾ। ਜੇ ਕੋਈ ਪਾਵਰ ਨਹੀਂ ਹੈਗੀ ਸੀ ਤਾਂ ਵੀ ਸ਼ਹਿਰ ਦੇ ਕੰਮ ਲੋਕਾਂ ਨੂੰ ਦੱਸਣ ਦੀ ਲੋੜ ਨਹੀਂ ਹੈਗੀ ਹੈ ਸਾਨੂੰ ਕਿ ਕਿੰਨੇ ਕੁ ਕੀਤੇ ਆ, ਹੈ ਨਾ। ਅਤੇ ਜੇ ਪਾਵਰ 'ਚ ਨਹੀਂ ਸੀਗੇ ਤਾਂ ਇੰਨੇ ਕੰਮ ਹੋ ਸਕਦੇ ਆ। ਜੇ ਮਾਲਕ ਨੇ ਚਾਹਿਆ, ਜੇ ਸਾਨੂੰ ਮੂਹਰੇ ਆਉਣ ਦਾ ਮੌਕਾ ਮਿਲਦਾ ਆ, ਫਿਰ ਆਪਾਂ ਬਹੁਤ ਕੁਝ ਕਰ ਸਕਦੇ ਹਾਂ, ਹੈ ਨਾ। ਜੇ ਆਪਾਂ ਜਿੱਦਾਂ ਤੁਸੀਂ ਕਿਹਾ ਕਿ 3 ਨੰਬਰ ਵਾਰਡ 'ਚ, ਅਸਲ 'ਚ ਕੀ ਅਸੀਂ ਇਹ ਨਹੀਂ ਸੋਚ ਰਹੇ 3 ਨੰਬਰ ਵਾਰਡ, ਸਾਰਾ ਸ਼ਹਿਰ ਹੀ ਇੱਕ ਜਿਹੜਾ ਸਾਡਾ ਸੁਪਨਾ ਆ, ਜਿਹੜਾ ਕਿ ਮੇਰੇ ਫਾਦਰ ਇਨ ਲਾਅ ਦਾ ਸੁਪਨਾ ਹੈਗਾ ਆ। ਇਹ ਇੱਕ ਜਿਹੜੀ ਉੱਤੇ ਬਣਿਆ ਹੋਇਆ ਸਿਸਟਮ ਕਿ ਇੱਕ ਵਾਰਡ 'ਚੋਂ ਅਸੀਂ ਲੜਨਾ ਹੁੰਦਾ ਆ, ਫਿਰ ਆਪਾਂ ਅੱਗੇ ਵੱਧਦੇ ਹਾਂ ਹੌਲੀ ਹੌਲੀ, ਹੈ ਨਾ। ਇੱਕ ਇਹ ਸਿਰਫ ਤਰੀਕਾ ਆ। ਅਸਲ 'ਚ ਅਸੀਂ ਸਾਰੇ ਸ਼ਹਿਰ ਨੂੰ ਹੀ ਨਜ਼ਰ ਮਾਰਦੇ ਹਾਂ ਕਿ ਮੁੱਦੇ ਜਿਹੜੇ ਸ਼ਹਿਰ 'ਚ ਸੀਵਰੇਜ ਦੇ ਆ। ਹੁਣੇ ਜਿਹੜਾ 3 ਨੰਬਰ ਵਾਰਡ 'ਚ ਪਿੱਛੇ ਜਿਹੇ ਗੁਰਦੁਆਰੇ ਦੇ ਮੂਹਰੇ ਇੱਕ ਉਹ ਸੀਵਰੇਜ ਦਾ ਢੱਕਣ ਸੀਗਾ, ਕਾਫੀ ਉਹਦੇ ਪਿੱਛੇ ਸੰਘਰਸ਼ ਕਰਨਾ ਪਿਆ, ਬੜੇ ਐਕਸੀਡੈਂਟ ਹੋ ਜਾਂਦੇ ਸੀਗੇ। ਪਾਪਾ ਉਹਨਾਂ ਨੇ ਉਹ ਮੁੱਦਾ ਚੁੱਕਿਆ। ਇਸੇ ਤਰ੍ਹਾਂ ਮਤਲਬ ਜਿਹੜੇ ਵੀ ਸਫਾਈ ਨੂੰ ਲੈ ਕੇ, ਸ਼ਹਿਰ ਦੇ ਪਾਣੀ ਦਾ ਨਿਕਾਸ ਮੇਨ ਮੁੱਦਾ ਆ। ਬਿਜਲੀ ਰਾਤ ਨੂੰ ਸਾਡੇ ਕੋਈ ਇੱਥੇ ਸਿਸਟਮ ਨਹੀਂ ਹੈਗਾ, ਜੇ ਬਿਜਲੀ ਚਲੇ ਜਾਵੇ ਰਾਤ ਨੂੰ ਅਸੀਂ ਕਿਹਨੂੰ ਫੋਨ ਕਰਨਾ, ਮੂਹਰੇ ਫੋਨ ਕਰਕੇ ਸੁੱਤੇ ਆ ਜੀ, ਹੈ ਨਾ। ਅਤੇ ਬੱਚੇ ਜਿਹੜੇ ਗਰਮੀ 'ਚ ਸੌਂਦੇ ਆ, ਇਹ ਨਿੱਕੇ ਨਿੱਕੇ ਮੁੱਦੇ ਬਹੁਤ ਆ ਜਿਹਨਾਂ ਨਾਲ ਅਸੀਂ ਧਿਆਨ ਨਹੀਂ ਦਿੰਦੇ ਹੈਗੇ। ਮੈਂ ਇਹ ਕਹਿਣਾ ਚਾਹੂੰਗਾ, ਹੈ ਨਾ ਜੀ। ਇਲੈਕਸ਼ਨ ਲੜਨ ਤੋਂ ਪਹਿਲਾਂ ਹਰ ਉਮੀਦਵਾਰ ਜਿਹੜਾ ਆ ਉਹ ਆਪਣੇ ਆਸ਼ੇ ਰੱਖਦਾ ਆ ਜੀ, ਪਰ ਜਦੋਂ ਨਾ ਜਿੱਤ ਜਾਂਦਾ ਆ, ਅੰਦਰਲੀਆਂ ਜਿਹੜੀਆਂ ਸਥਿਤੀਆਂ ਆ ਉਸ ਵੇਲੇ ਬਹੁਮਤ ਦੀ ਗੱਲ ਹੁੰਦੀ ਆ, ਇਕਸਾਰਤਾ ਦੀ ਗੱਲ ਹੁੰਦੀ ਆ, ਧੜਿਆਂ 'ਚ ਵੰਡੇ ਜਾਂਦੇ ਆ। ਇਹ ਬਹੁਤ ਸਾਰੀਆਂ ਇੱਦਾਂ ਦੀਆਂ ਗੱਲਾਂ ਆ ਜਿਹੜੀਆਂ ਉਹ ਮੰਨ ਲਓ ਸ਼ਹਿਰ ਨੂੰ ਪਿੱਛੇ ਲੈ ਜਾਂਦੀਆਂ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਵੀ ਬਿਲਗੇ ਦੀ, ਵੀ ਬਿਲਗਾ ਅੱਗੇ ਚਲ ਗਿਆ,
ਉਹਦੇ ਬਾਰੇ ਆਪਾਂ ਇਹੀ ਕਹਿ ਸਕਦੇ ਹਾਂ ਵੀ ਸ਼ਹਿਰ ਦੇ ਅੰਦਰ ਯੂਨਿਟੀ ਦੀ ਲੋੜ ਹੁੰਦੀ ਆ, ਏਕਤਾ ਦੀ ਲੋੜ ਹੁੰਦੀ ਆ, ਅਸਾਰੂ ਜਿਹੜੇ ਆ ਉਹ ਮੋਹਰੀਆਂ ਦੀ ਲੋੜ ਹੁੰਦੀ ਆ। ਤਾਂ ਜਿਸ ਤਰ੍ਹਾਂ ਸੰਧੂ ਹੁਣਾਂ ਦੇ ਕੋਲ ਬੜਾ ਤਜਰਬਾ ਹੈ ਕਿੱਦਾਂ ਅਫਸਰਾਂ ਤੋਂ ਕੰਮ ਲੈਣਾ, ਤੁਹਾਨੂੰ ਵੀ ਹੌਲੀ ਹੌਲੀ ਇਹ ਸਿਖਾ ਦੇਣਗੇ। ਤਾਂ ਤੁਸੀਂ ਜ਼ਿਆਦਾ ਜਿਹੜੇ ਸ਼ਹਿਰ ਦੇ ਵਿੱਚ ਕਿਹੜੀਆਂ ਗੱਲਾਂ ਤੁਹਾਨੂੰ ਲੱਗਦੀਆਂ ਜਿਹੜੀਆਂ ਕੰਮ ਹੋਣ ਵਾਲੇ ਆ, ਜਿਹੜੇ ਲੋਕਾਂ ਨੂੰ ਕਹੋਗੇ ਵੀ ਤੁਸੀਂ ਸਾਡਾ ਸਾਥ ਦਿਓ, ਅਸੀਂ ਤੁਹਾਡੇ ਇਹ ਕੰਮ ਕਰਾਵਾਂਗੇ? ਜੀ ਦੇਖੋ ਜੀ, ਪਹਿਲੀ ਗੱਲ ਕਿ ਮੈਂ ਜਦੋਂ ਵੀ ਮੇਰਾ ਕੰਮ ਇਸ ਤਰ੍ਹਾਂ 'ਚ ਹੈਗਾ ਆ ਜਿਮ ਦਾ, ਮੁੰਡਿਆਂ ਨਾਲ ਬਹੁਤ ਰਿਲੇਟਡ ਆ ਸ਼ਹਿਰ ਦੇ ਯੰਗ ਮੁੰਡੇ, ਕਿਉਂਕਿ ਮੈਂ ਖੁਦ ਯੰਗ ਆ, ਮੇਰੇ ਤੋਂ ਉੱਦਾਂ ਦੇ ਹੀ ਮੇਰੇ ਸਰਕਲ ਦੇ ਆਉਂਦੇ ਆ। ਅਕਸਰ ਡਿਸਕਸ਼ਨਾਂ ਚੱਲਦੀਆਂ ਰਹਿੰਦੀਆਂ ਆ। ਮੈਂ ਬਾਹਰ ਸੀਗਾ, ਬਾਹਰੋਂ ਆਉਣ ਦੀ ਮੈਨੂੰ ਬਾਹਲੀ ਕੋਈ ਲੋੜ ਨਹੀਂ ਸੀ, ਵਧੀਆ ਕੰਮ ਚੱਲਦੇ ਸੀ। ਜੇ ਮੈਂ ਸ਼ਹਿਰ 'ਚ ਆ ਕੇ ਹੁਣ ਵੀ ਮੈਂ ਕਿਤੇ ਵੀ ਕੰਟਰੀ 'ਚ ਬੜਾ ਈਜ਼ੀਲੀ ਜਾ ਸਕਦਾ, ਬੜਾ ਵਧੀਆ ਤਰੀਕੇ ਨਾਲ ਰਹਿ ਸਕਦਾ। ਮੇਰੀ ਇੱਕ ਆਪਣੀ ਜਿਹੜੀ ਇੱਛਾ ਜਿਹੜੀ ਜਾਗੀ ਕਿ ਨਹੀਂ, ਆਪਾਂ ਆਪਣੇ ਸ਼ਹਿਰ ਲਈ ਕੀ ਕੀਤਾ ਜਾਂ ਆਪਣੇ ਦੇਸ਼ ਲਈ ਕੀ ਕੀਤਾ, ਪੰਜਾਬ ਲਈ ਕੀ ਕੀਤਾ, ਹੈ ਨਾ। ਅਤੇ ਜੇ ਆਪਾਂ ਕਹੀ ਚੱਲੀਏ ਕਿ ਅਸੀਂ ਪਹਿਲਾਂ ਸੈੱਟ ਹੋ ਜਾਵਾਂਗੇ ਫਿਰ ਕਰਾਂਗੇ, ਜੇ ਸੈੱਟ ਨਾ ਹੋਏ ਫਿਰ, ਜਾਂ ਜੇ ਅਸੀਂ ਹੁਣ ਨਹੀਂ ਕਰ ਸਕੇ ਗਾਂ ਕੀ ਉਮੀਦ ਰੱਖ ਸਕਦੇ ਕਰਾਂਗੇ। ਜੇ ਆਪਾਂ ਕੋਸ਼ਿਸ਼ ਕਰਨ ਵਾਲਿਆਂ ਦੀ ਹਾਰ ਨਹੀਂ ਹੈਗੀ, ਜੇ ਕੋਸ਼ਿਸ਼ ਹੀ ਨਹੀਂ ਕੀਤੀ ਫਿਰ ਤਾਂ ਆਪਾਂ ਪਹਿਲਾਂ ਕਹਿ ਹੀ ਨਹੀਂ ਸਕਦੇ ਕਿਸੇ ਨੂੰ ਕੁਛ। ਜੇ ਕੋਸ਼ਿਸ਼ ਕਰਕੇ ਆਪਾਂ ਬਹਿ ਜਾਂਦੇ ਹਾਂ ਜਾਂ ਕੋਸ਼ਿਸ਼ ਕਰਕੇ ਆਪਾਂ ਨੂੰ ਮੂਹਰੇ ਕੁਛ ਦੇਖਣ ਨੂੰ ਮਿਲਦਾ ਆ, ਉਹਦੇ 'ਤੇ ਆਪਾਂ ਬਾਅਦ 'ਚ ਇਹ ਸਵਾਲ ਕਰ ਸਕਦੇ ਹਾਂ ਕਿ ਜਦੋਂ ਆਪਾਂ ਸਿਸਟਮ 'ਚ ਵੜਦੇ ਹਾਂ, ਹੈ ਨਾ। ਤੁਹਾਡਾ ਕਹਿਣ ਦਾ ਮਤਲਬ ਆ ਵੀ ਕਿਸੇ ਨੇ ਕਿਸੇ ਨੂੰ ਮੂਹਰੇ ਆਉਣਾ ਚਾਹੀਦਾ ਆ, ਹੈਂ, ਤਾਂ ਕੋਸ਼ਿਸ਼ ਜਾਰੀ ਰੱਖਣੀ ਚਾਹੀਦੀ ਆ ਆਪਣੇ ਸ਼ਹਿਰ ਦੀ ਨੁਹਾਰ ਬਦਲਣ ਲਈ। ਜੀ ਆਪਾਂ ਕੋਸ਼ਿਸ਼ ਕਰਾਂਗੇ ਫਿਰ ਹੀ ਕਿਸੇ ਸਮਾਧਾਨ 'ਤੇ ਨਿਕਲ ਸਕਦੇ ਹਾਂ। ਜੇ ਕੋਸ਼ਿਸ਼ ਹੀ ਨਹੀਂ ਕਰਾਂਗੇ, ਆਪਾਂ ਅਕਸਰ ਮੁੰਡੇ ਆ ਜਾਂ ਮੇਰੇ ਵਰਗੇ ਸੋਚ ਲੈਂਦੇ ਨਹੀਂ ਯਾਰ ਇਹ ਆਪਣਾ ਇਹ ਮੁੱਦਾ ਹੀ ਨਹੀਂ ਹੈਗੇ, ਮਸਲੇ ਹੀ ਨਹੀਂ ਹੈਗੇ। ਮਸਲੇ ਗੱਲਾਂ ਅਸੀਂ ਕਰਦੇ ਹਾਂ, ਜਿਮ 'ਚ ਬਹਿ ਕੇ ਵੀ ਕਰਦੇ ਹਾਂ, ਪਰ ਉਹਨਾਂ 'ਤੇ ਆਪਾਂ ਅਮਲੀ ਜਾਮਾ ਪਹਿਨਾਉਣ ਲਈ ਇੱਕ ਨਾ ਇੱਕ ਕਿਸੇ ਨੂੰ ਯੰਗ ਨੂੰ ਮੇਰੇ ਹਿਸਾਬ ਨਾਲ ਮੂਹਰੇ ਲੱਗਣਾ ਪਏਗਾ। ਹੁਣ ਮੈਨੂੰ ਜਿੱਥੇ ਤੱਕ ਲੱਗਦਾ ਇਸ ਵਾਰ ਕਿਸੇ ਵੀ ਕੈਂਡੀਡੇਟ ਨੇ ਮੇਰੀ ਏਜ ਦੇ ਨੇ ਨਹੀਂ ਫਾਰਮ ਭਰਨੇ ਜਾਂ ਭਰੇ ਹੋਣਗੇ। ਸੋ ਮੈਨੂੰ ਲੱਗਾ ਕਿ ਜੇ ਕੋਈ ਹੋਰ ਨਹੀਂ, ਚਲੋ ਕੋਸ਼ਿਸ਼ ਕਰਕੇ ਦੇਖਦੇ ਹਾਂ ਜੀ। ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਸ਼ਹਿਰ ਦੇ ਵਿੱਚ ਅਸ਼ੋਕ ਸੰਧੂ ਜੀ ਜਿਹੜੇ ਆ ਉਹ ਰੁਕੇ ਕੰਮ ਕਰਵਾ ਗਿਆ, ਜਿਹੜੀਆਂ ਸਰਕਾਰਾਂ ਜਾਂ ਕਮੇਟੀ ਅੱਖਾਂ ਮੀਟੀ ਬੈਠੇ ਸੀ। ਬਿਲਕੁਲ ਤੁਹਾਡੇ ਤੋਂ ਵੀ ਆਸ ਕਰੀਏ ਵੀ ਤੁਸੀਂ ਇਹ ਚੋਣ ਜਿੱਤ ਕੇ ਸ਼ਹਿਰ ਦੇ ਵਿੱਚ ਇਹਨਾਂ ਵਾਂਗੂ ਮਿਸਾਲ ਪੈਦਾ ਕਰਿਆ ਕਰੋਗੇ। ਦੇਖੋ ਜੀ, ਪਹਿਲਾਂ ਵੀ ਮੈਂ ਪਾਪਾ ਹੁਣਾਂ ਦੇ ਨਾਲ ਹੀ ਸੀ ਜੀ, ਇੱਦਾਂ ਦੀ ਨਹੀਂ ਗੱਲ ਹੈਗੀ ਕਿ ਹਾਂ ਇਹ ਇੰਨਾ ਮੈਂ ਜ਼ਰੂਰ ਕਹਿ ਸਕਦਾ, ਪਹਿਲਾਂ ਕੈਮਰੇ ਦੇ ਪਿੱਛੇ ਸੀ, ਹੁਣ ਕੈਮਰੇ ਦੇ ਅੱਗੇ ਆ। ਇੰਨਾ ਕੁ ਫਰਕ ਪਿਆ ਆ। ਪਹਿਲਾਂ ਵੀ ਅਸੀਂ ਨਾਲ ਹੀ ਸੀਗੇ, ਇਕੱਠੇ ਹੀ ਸੀ, ਪਾਪਾ ਦੇ ਮੈਂ ਹਮੇਸ਼ਾ ਨਾਲ ਹੀ ਸੀਗਾ ਕਿਸੇ ਵੀ ਕਾਰਜ ਨੂੰ ਲੈ ਕੇ ਵੀ ਚਾਹੇ। ਅਤੇ ਹੁਣ ਤਾਂ ਲੇਟੈਸਟ ਮੁੱਦਾ ਛੇੜਿਆ ਹੀ ਹੋਇਆ ਆ ਕਿ ਜਿਹੜੀ ਨਕੋਦਰ ਰੋਡ 'ਤੇ ਆਪਣਾ ਆਸ਼ਰਮ ਦੇ ਕੋਲ ਦਿਵਿਆ ਜੋਤੀ ਆਸ਼ਰਮ ਦੇ ਰਾਹ ਜਾਂਦੇ 'ਤੇ ਪੁਲੀ ਆ ਜਿਹੜੀ ਇੱਕ, ਉਹ ਟੁੱਟੀ ਹੋਈ ਸੀ। ਕਾਫੀ ਜਿਮ 'ਚ ਵੀ ਲੋਕੀ ਆਏ ਜਾਂ ਮੁੰਡਿਆਂ ਦੇ ਵੀ ਫੋਨ ਆਏ ਕਿ ਇਹ ਬਣ ਨਹੀਂ ਰਹੀ, ਅਤੇ ਉਹ ਅਸੀਂ ਪੂਰਾ ਕੰਮ ਉਹਦਾ ਕਰਵਾ ਰਹੇ ਹਾਂ। ਤੁਸੀਂ ਦੇਖ ਸਕਦੇ ਆ ਲੰਘਦੇ ਵੜਦੇ ਜਦੋਂ ਮਰਜ਼ੀ। ਔਰ ਉਹ ਉਹਨਾਂ ਨੇ ਵੀ ਉੱਥੇ ਜਿਹੜੇ ਹਰ ਵੇਲੇ ਕੋਈ ਨਾ ਕੋਈ ਬੰਦਾ ਬੈਠਾ ਹੋਵੇਗਾ, ਚਾਹੇ ਠੇਕੇਦਾਰ ਹੋਵੇ ਕੁਛ ਵੀ, ਉਹ ਕਹਿੰਦੇ ਕਾਰਜ ਇਹ ਨਹੀਂ ਰੁਕੇਗਾ, ਔਰ ਇਹ ਨਹੀਂ ਰੁਕੇਗਾ। ਜੇ ਰੁਕੇਗਾ ਤਾਂ ਅਸੀਂ ਬੈਠੇ ਹੀ ਹਾਂ, ਕੋਸ਼ਿਸ਼ ਆਪਣੀ ਜਾਰੀ ਰੱਖਾਂਗੇ, ਹੈ ਨਾ ਜੀ। ਸੰਧੂ ਜੀ, ਇਲੈਕਸ਼ਨ ਸੁਣਿਆ ਸੀ ਲੋਕ ਕਹਿੰਦੇ ਤੁਸੀਂ ਲੜਨੀ ਆ, ਪਰ ਤੁਸੀਂ ਆਪਣੇ ਧਰਮ ਪਤਨੀ ਨੂੰ ਇਲੈਕਸ਼ਨ ਲੜਾ ਰਹੇ ਆ, ਇਹ ਕੀ ਕਾਰਨ ਬਣਿਆ? ਉਹ ਸਾਰੇ ਬੇਨਤੀ ਆ ਵੀ ਜਿਹੜੀ ਨਾ ਕਾਨੂੰਨੀ ਪ੍ਰਕਿਰਿਆ ਹੈਗੀ ਆ ਜੀ, ਉਹ ਮੇਰੇ ਆੜੇ ਆ ਗਏ ਜੀ। ਅਤੇ ਜੇ ਉਹ ਆੜੇ ਮੇਰੇ ਇਹ ਨਾ ਮੇਰੇ ਮੂਹਰੇ ਸਾਹਮਣੇ ਆਉਂਦੇ ਜੀ, ਤਾਂ ਅਸੀਂ ਗੱਜ ਵੱਜ ਕੇ ਨਾ ਕੀ ਆ ਇਲੈਕਸ਼ਨ ਲੜਨੀ ਸੀਗੀ। ਚਲੋ ਕੋਈ ਗੱਲ ਨਹੀਂ ਸਰ, ਵੀ ਇਹ ਮੇਰੇ ਜੀਵਨ ਸਾਥੀ ਨੇ ਹੈਗੀ ਆ। ਤੁਸੀਂ ਦੇਖਿਆ ਹੋਊਗਾ ਵੀ ਜਿੱਥੇ ਵੀ ਕੋਈ ਵੀ ਕੰਮ ਹੋਇਆ ਜੀ, ਚਾਹੇ ਜਿੱਦਾਂ ਮਰਜ਼ੀ ਸੰਘਰਸ਼ ਹੋਇਆ, ਇਹ ਮੇਰੇ ਨਾਲ ਖੜ੍ਹੇ ਆ। ਔਰ ਮੇਰਾ ਸਾਨੇ-ਲਾ ਹੈਗਾ, ਇਹ ਵੀ ਇਸ ਤਰੀਕੇ ਨਾਲ ਮੇਰੇ ਨਾਲ ਖੜ੍ਹਿਆ। ਮੇਰਾ ਪੂਰਾ ਪਰਿਵਾਰ, ਜਿਹੜੇ ਮੇਰੇ ਨਾਲ ਹੋਰ ਲੋਕ ਜਿਹੜੇ ਸ਼ਹਿਰ ਦੇ ਨਿਵਾਸੀ ਹੈਗੇ, ਉਹ ਵੀ ਮੇਰੇ ਨਾਲ ਖੜ੍ਹੇ ਆ, ਉਹ ਵੀ ਮੇਰਾ ਪਰਿਵਾਰ ਆ। ਤਾਂ ਅਸੀਂ ਬਹੁਤ ਗੱਜ ਵੱਜ ਕੇ ਅੱਗੇ ਆਉਣਾ ਸੀਗਾ, ਪਰ ਕਾਨੂੰਨੀ ਪ੍ਰਕਿਰਿਆ ਇੱਕ ਸਿਸਟਮ ਹੈ ਜੀ। ਹੁਣ BC ਵਾਰਡ ਆ ਜੀ, ਉਹਦੇ ਵਿੱਚ ਕਈ ਤਰ੍ਹਾਂ ਦੀ ਕਾਨੂੰਨੀ ਅੜਚਨਾਂ ਆ ਗਈਆਂ ਜੀ, ਅਤੇ ਮੈਨੂੰ ਉਹ ਨਿਰਾਸ਼ਾ ਮੂੰਹ ਦੇਖਣਾ ਪਿਆ। ਪਰ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਵੀ ਮੈਂ ਚਾਹੁੰਦਾ ਸੀਗਾ ਵੀ ਕੋਈ ਇੱਕ ਇਹੋ ਜਿਹਾ ਉਮੀਦਵਾਰ ਆਵੇ ਜਿਹੜਾ ਇਮਾਨਦਾਰ ਹੋਵੇ, ਉਹ ਨੇਕ ਇਰਾਦੇ ਦਾ ਹੋਵੇ। ਤਾਂ ਮੈਂ ਪਰਮਾਤਮਾ ਸ਼ੁਕਰਗੁਜ਼ਾਰ ਹਾਂ ਵੀ ਮੈਂ ਲੋਕਾਂ ਦੇ ਸਨਮੁਖ ਮੈਂ ਆਪਣਾ ਹੀ ਸਾਨਣ-ਲਾ ਗੁਰਵਿੰਦਰ ਸੁਖੋ ਨੂੰ ਪੇਸ਼ ਕੀਤਾ ਹੈਗਾ। ਤਾਂ ਔਰ ਜਿਹੜੀਆਂ ਲੋਕਾਂ ਦੀਆਂ ਉਮੀਦਾਂ ਦੇ ਉੱਪਰ, ਮੇਰੀਆਂ ਉਮੀਦਾਂ ਦੇ ਉੱਪਰ ਬਿਲਕੁਲ ਖਰਾ ਉਤਰੂਗਾ, ਅਤੇ ਪਰਮਾਤਮਾ ਇਹਨਾਂ ਦੀ ਆਪਣੀ ਵਿਸ਼ੇਸ਼ ਕਿਰਪਾ ਹੈਗੀ ਆ, ਉਹ ਬਣਾਈ ਰੱਖੇ ਜੀ। ਕੀ ਨਾਂ ਹੈ ਤੁਹਾਡਾ? ਬਬੀਤਾ ਸੰਧੂ ਜੀ। ਬਬੀਤਾ ਸੰਧੂ, ਮੈਂ ਵਾਰਡ ਨੰਬਰ 12 ਤੋਂ ਇਲੈਕਸ਼ਨ ਲੜ ਰਹੀ ਹਾਂ ਜੀ। ਬਬੀਤਾ ਸੰਧੂ ਜੀ, ਜਿਸ ਤਰ੍ਹਾਂ ਤੁਸੀਂ 12 ਨੰਬਰ ਵਾਰਡ ਤੋਂ ਚੋਣ ਲੜ ਰਹੇ ਹੋ, ਆਪਣੇ ਵਾਰਡ ਦੇ ਵਿੱਚ ਕਿਹੜੇ ਮੁੱਦਿਆਂ 'ਤੇ ਇਹ ਇਲੈਕਸ਼ਨ ਲੜੀ ਜਾਣੀ?
ਦੇਖੋ ਜੀ, ਮੁੱਦੇ ਤਾਂ ਬਾੜ ਦੇ ਨੇ ਸਾਰੇ ਸ਼ਹਿਰ ਦੇ ਹੀ ਆ, ਜਿਹੜੇ ਕਿ ਆਪਾਂ ਅੱਗੇ ਵੀ ਸਾਰੇ ਸੋਲਵ ਕਰਦੇ ਆ ਰਹੇ ਆ, ਤੇ ਅੱਗੇ ਵੀ ਸਾਨੂੰ ਜੇ ਮੌਕਾ ਹੋਰ ਮਿਲਿਆ ਤਾਂ ਅੱਗੇ ਵੱਧ ਚੜ ਕੇ ਉਹਨਾਂ ਨੂੰ ਸਿਰੇ ਚਾੜਾਂਗੇ ਜੀ। ਠੀਕ ਆ। ਅਸੀਂ ਤੁਹਾਨੂੰ ਅਕਸਰ ਦੇਖਿਆ ਕਿ ਸ਼ਹਿਰ ਦੇ ਜਿਹੜੇ ਤੁਸੀਂ ਜਿੰਨੇ ਵੀ ਰੁਕੇ ਕੰਮ ਜਿਹੜੇ ਆ ਉਹ ਕਰਵਾਉਣ ਲਈ ਅਸ਼ੋਕ ਸੰਧੂ ਜੀ ਨਾਲ ਤੁਸੀਂ ਡਟ ਕੇ ਜਿਹੜਾ ਆ ਇਹ ਖੜਦੇ ਹੋ ਆ। ਹੁਣ ਤੁਹਾਡੀ ਜ਼ਿੰਮੇਵਾਰੀ ਜਦੋਂ ਤੁਸੀਂ ਇਲੈਕਸ਼ਨ ਲੜਨੀ ਆ, ਜਿੱਤਣੀ ਆ, ਉਸ ਤੋਂ ਬਾਅਦ ਵੱਧ ਜਾਣੀ, ਤਾਂ ਸ਼ਹਿਰ ਦੀਆਂ ਆਪਣੀਆਂ ਜਿਹੜੀਆਂ ਵਾਰਡ ਦੀਆਂ ਔਰਤਾਂ ਆ ਉਹਨਾਂ ਦੇ ਹੱਕਾਂ ਲਈ ਵੀ ਲੜਿਆ ਕਰੋਗੇ ਜੀ। ਸਾਡਾ ਮਕਸਦ ਹੀ ਇਹੀ ਹੈ ਜੀ, ਸਾਰਿਆਂ ਲਈ ਔਰਤਾਂ ਦੇ ਹੱਕ ਲਈ ਜੋ ਵੀ ਹੈਗਾ ਉਹ ਕਰਾਂਗੇ ਜੀ। ਠੀਕ ਹੈ। ਆਪਣੇ ਵੋਟਰਾਂ ਸਪੋਰਟਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਆਪਾਂ ਤਾਂ ਦੇਖੋ ਜੀ, ਪਹਿਲਾਂ ਵੀ ਵੱਧ ਚੜ ਕੇ ਸੇਵਾ ਵਿਕਾਸ ਦੇ ਕੰਮ ਕੀਤੇ ਆ, ਤੇ ਅੱਗੇ ਵੀ ਕਰਾਂਗੇ, ਪਰ ਸਾਨੂੰ ਮਹੱਲਾ ਵਾਸੀਆਂ, ਸ਼ਹਿਰ ਵਾਸੀਆਂ ਦਾ ਸਾਥ ਚਾਹੀਦਾ। ਉਹ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਡੇ ਵਿਕਾਸ ਦੇ ਕੰਮਾਂ ਵਿੱਚ ਸਾਡਾ ਸਾਥ ਦੇਣ। ਤੁਸੀਂ ਆਉਣ ਵਾਲੇ ਦਿਨਾਂ 'ਚ ਜਿਹੜੀ ਆਪਣੀ ਚੋਣ ਪ੍ਰਕਿਰਿਆ ਕਦੋਂ ਸ਼ੁਰੂ ਕਰ ਰਹੇ ਹੋ? ਸਾਡੀ ਚੋਣ ਪ੍ਰਕਿਰਿਆ ਹੁਣ ਤੋਂ ਸ਼ੁਰੂ ਹੈ ਜੀ। ਸੰਧੂ ਸਾਹਿਬ, ਤੁਸੀਂ ਆਪਣਾ ਸਾਨੂੰ ਕੀਮਤੀ ਸਮਾਂ ਦਿੱਤਾ ਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਰੇ ਤੁਹਾਡਾ ਧੰਨਵਾਦ ਕਰਦੇ ਹਾਂ। ਜੋ ਸਾਡੇ ਅੰਦਰ ਦੀ ਜਿਹੜੀ ਆਵਾਜ਼ ਹੈਗੀ ਆ, ਤੁਸੀਂ ਉਹ ਲੋਕਾਂ 'ਚ ਸਹੀ ਤਰੀਕੇ ਨਾਲ ਪਹੁੰਚਾਉਂਦੇ ਆ। ਤੁਹਾਡਾ ਅਤੇ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ। ਉਹ ਪਰਮਾਤਮਾ ਕਰੇ ਤੁਸੀਂ ਦਿਨ ਦੁਗਣੀਆਂ ਰਾਤ ਚੌਗਣੀਆਂ ਤਰੱਕੀਆਂ ਕਰੋ। ਨੂਰ ਮਹਿਲ ਵਾਸੀਆਂ ਨੂੰ ਬਿਲਗਾ ਨਿਊਜ਼ ਆਨਲਾਈਨ ਵੱਲੋਂ ਇਹ ਅਪੀਲ ਹੈ ਕਿ ਅਸੀਂ ਨਗਰ ਕੌਂਸਲ ਨੂਰ ਮਹਿਲ ਦੀਆਂ ਜਿਹੜੀਆਂ ਚੋਣਾਂ ਆ ਉਸ ਵਿੱਚ ਚੋਣ ਲੜ ਰਹੇ ਜਿਹੜੇ ਉਮੀਦਵਾਰ ਆ ਉਹਨਾਂ ਦੀਆਂ ਲਗਾਤਾਰ ਅਸੀਂ ਸਰਗਰਮੀਆਂ ਤੁਹਾਨੂੰ ਦਿਖਾਉਂਦੇ ਰਹਾਂਗੇ। ਤੁਸੀਂ ਦੇਖ ਰਹੇ ਸੀ ਬਿਲਗਾ ਨਿਊਜ਼ ਆਨਲਾਈਨ ਚੈਨਲ। ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ। ਧੰਨਵਾਦ।